ਸੰਸਾਰੀ ਦੌੜ ਵਿੱਚ ਦੌੜਦਾ ਬੰਦਾ ਪਰਿਵਰਤਨ ਬਾਹਰੀ ਕਰਾਉਣ ਲਈ। ਜੋ ਅੱਜ ਮਿਲੇ ਕੱਲ ਇਸ ਤੋਂ ਵੱਧ ਮਿਲੇ, ਬਸ ਇਹੀ ਤ੍ਰਿਸ਼ਨਾ ਬੁਝਾਉਣ ਲਈ। ਦੁੱਖਾਂ ਨੂੰ ਭਰੀ ਖਲਾਵੇ ਜਾਂਦਾ ਜੀਵਨ ਸੁਖੀ ਬਣਾਉਣ ਲਈ। ਦੀਪ ਕਰ ਖੁਦ ਅੰਦਰ ਪਰਿਵਰਤਨ ਐਸਾ, ਜੋ ਸਾਥੀ ਬਣੇ ਸਦੀਵੀ ਸੁੱਖਾਂ 'ਚ ਪਹੁੰਚਾਉਣ ਲਈ, ਨਿਜ ਘਰ ਪਹੁੰਚਾਉਣ ਲਈ। ਤੂੰ ਸਤ ਅਖੰਡ ਜੋਤ ਚੈਨਲ 'ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਦਰਸ਼ਕ ਕਰਨਾ ਜੀ ਪ੍ਰਵਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਅੱਜ ਦਾ ਜੋ ਸੁਗੜ ਵਿਚਾਰ ਹੈ ਉਹ ਹੈ ਬਰਤਨ ਲਈ ਪਰਿਵਰਤਨ। ਪਲ ਪਲ ਛਿਨ ਛਿਨ ਹਰ ਚੀਜ਼ ਦਾ ਪਰਿਵਰਤਨ ਹੋ ਰਿਹਾ ਹੈ। ਇਨਸਾਨੀ ਸੁਭਾਅ ਤੇ ਪ੍ਰਕਿਰਤੀ ਦਾ ਇੱਕ ਨਿਯਮ ਹੈ ਪਰਿਵਰਤਨ, ਤੇ ਇਨਸਾਨ ਦੀ ਇਸੇ ਹੀ ਪਰਿਵਰਤਨ ਵਾਲੀ ਪ੍ਰਵਿਰਤੀ ਨੇ ਇਨਸਾਨ ਨੂੰ ਵਕਤ ਅਨੁਸਾਰ ਕੁਝ ਨਾ ਕੁਝ ਬਦਲਣ ਲਈ ਮਜਬੂਰ ਕੀਤਾ। ਜਦੋਂ ਤੋਂ ਇਹ ਮਨੁੱਖੀ ਜੀਵਨ ਹੋਂਦ ਵਿੱਚ ਆਇਆ, ਉਦੋਂ ਤੋਂ ਲੈ ਕੇ ਜੇ ਹੁਣ ਤੱਕ ਵੇਖਿਆ ਜਾਵੇ ਤਾਂ ਹਰ ਚੀਜ਼ ਵਿੱਚ ਪਰਿਵਰਤਨ ਆਇਆ। ਰਹਿਣ ਸਹਿਣ, ਖਾਣ ਪੀਣ ਤੋਂ ਲੈ ਕੇ ਪਹਿਨਣ ਵਿਚਰਨ ਤੱਕ ਵਕਤ ਅਨੁਸਾਰ ਹੋਈ ਡਿਵੈਲਪਮੈਂਟ ਨੇ ਜੀਵਨ ਜਿਉਣ ਦੇ ਢੰਗ ਹੀ ਬਦਲ ਦਿੱਤੇ, ਜੋ ਬਹੁਤ ਹੱਦ ਤੱਕ ਹਰ ਕੋਈ ਅੱਜ ਪਸੰਦ ਕਰਦਾ ਹੈ, ਕਿਉਂਕਿ ਇਹਨਾਂ ਪਰਿਵਰਤਨਾਂ ਕਰਕੇ ਜ਼ਿੰਦਗੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਸੌਖੀ ਹੋ ਗਈ ਹੈ। ਪਰ ਬਦਲਾਵ ਦੇ ਅਜਿਹੇ ਹੀ ਬਾਹਰੀ ਰੂਪਾਂ ਨੂੰ ਤੱਕਦਿਆਂ ਇਨਸਾਨ ਦੀ ਮਨੋਬਿਰਤੀ ਬਾਹਰੀ ਪਰਿਵਰਤਨ ਵੱਲ ਨੂੰ ਇਸ ਕਦਰ ਵੱਧ ਤੁਰੀ ਕਿ ਇਸ ਦਾ ਧਿਆਨ ਆਪਣੇ ਤੋਂ ਹਟ ਹੋਰਾਂ ਵਿੱਚ ਪਰਿਵਰਤਨ ਭਾਲਣ ਲੱਗ ਪਿਆ। ਇਸ ਨੇ ਖੁਦ ਨੂੰ ਛੱਡ ਕੇ ਖੁਦ ਨਾਲ ਜੁੜੀ ਹਰ ਚੀਜ਼ ਦੇ ਪਰਿਵਰਤਨ ਬਾਰੇ ਸੋਚਿਆ। ਜੇ ਆਪਣੇ ਕਿਸੇ ਕੰਮ ਕਰਕੇ ਕਿਸੇ ਨਾਲ ਵਿਵਹਾਰਕ ਸਾਂਝ ਨਾ ਬਣੀ ਜਾਂ ਆਪਣੀ ਕਿਸੇ ਵਿਚਾਰਧਾਰਾ ਕਰਕੇ ਅੱਗੇ ਨਾ ਵੱਧ ਸਕਿਆ, ਤਾਂ ਇਸ ਨੇ ਆਪਣੇ ਸੁਭਾਅ ਵਿੱਚ ਪਰਿਵਰਤਨ ਲਿਆਉਣ ਦੀ ਬਜਾਏ ਇਹੀ ਚਾਹਿਆ ਕਿ ਅਗਲਾ ਇਨਸਾਨ ਬਦਲੇ ਜਾਂ ਹਾਲਾਤ ਬਦਲਣ ਤੇ ਮੇਰੇ ਅਨੁਕੂਲ ਢਲਣ, ਤਾਂ ਜੋ ਮੈਂ ਅੱਗੇ ਵਧਾਂ। ਫਿਰ ਹੋਰਾਂ ਦਾ ਬਦਲਣਾ ਸਾਨੂੰ ਨੇਕ ਬਦਲਣ ਦੀ ਥਾਂ ਹੋਰ ਵੀ ਘੁਮੰਡੀ ਤੇ ਅਕੜਾਊ ਸੁਭਾਅ ਵਾਲਾ ਕਰ ਦਿੰਦਾ ਹੈ, ਕਿਉਂਕਿ ਅਜਿਹੇ ਸੁਭਾਅ ਦਾ ਪ੍ਰਭਾਵ ਜਿੱਥੇ ਇਨਸਾਨ ਨੂੰ ਜਿਸਮਾਨੀ ਸੰਸਾਰ ਵਿੱਚ ਚੱਲਣਾ ਪੈਂਦਾ ਹੈ, ਉੱਥੇ ਹੀ ਰੂਹ ਨਾਲ ਜੁੜੇ ਰੂਹਾਨੀ ਰਾਹ 'ਤੇ ਵੀ ਇਹ ਸੁਭਾਵੀ ਪ੍ਰਭਾਵ ਇਸ ਨੂੰ ਅੱਗੇ ਵਧਣ ਤੋਂ ਰੋਕਦਾ ਹੈ। ਇਹਨਾਂ ਬਾਹਰੀ ਪਰਿਵਰਤਨਾਂ ਵਿੱਚ ਉਲਝਿਆ ਇਨਸਾਨ ਸੰਸਾਰੀ ਪਰਿਵਰਤਨਾਂ ਮਗਰ ਇਸ ਕਦਰ ਦੌੜਨ ਲੱਗ ਪਿਆ ਕਿ ਇਸ ਦੌੜ ਵਿੱਚ ਦੌੜਦਾ ਇਹ ਆਪਣੇ ਘਰ ਤੋਂ ਇੰਨੀ ਦੂਰੀ 'ਤੇ ਖੜਾ ਹੋਇਆ ਜਿੱਥੇ ਆਪ ਦੇ ਘਰ ਦਾ ਇਹਨੂੰ ਚੇਤਾ ਹੀ ਨਾ ਰਿਹਾ। ਫਿਰ ਹੁਣ ਅਣਗੌਲਿਆਂ ਹੀ ਆਪ ਦਾ ਜੀਵਨ ਨਾ ਗੁਜ਼ਾਰ ਦਈਏ, ਉਸ ਮੇਨ ਪਰਿਵਰਤਨ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਜਿਸ ਕਾਰਨ ਅਗਾਹਾਂ ਤੋਂ ਅਗਾਹਾਂ ਪਰਿਵਰਤਨ ਹੋਏ। ਤੇ ਜਦ ਉਹ ਮੇਨ ਪਰਿਵਰਤਨ ਹੋਇਆ, ਅਸੀਂ ਆਪ ਦੇ ਨਿੱਜ ਸਰੂਪ ਨੂੰ ਛੱਡ ਅੱਜ ਇਸ ਮਾਤ ਲੋਕ ਵਿੱਚ ਭਟਕਦੇ ਪਏ ਹਾਂ, ਕਿਉਂਕਿ ਗੁਰਬਾਣੀ ਵਿੱਚ ਤੇ ਕਿਹਾ ਗਿਆ ਏ ਕਿ ਆਤਮਾ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਦਾ ਹੀ ਰੂਪ ਹੈ। ਫਿਰ ਐਸਾ ਪਰਿਵਰਤਨ ਹੋਇਆ ਕਿ ਇਹ ਆਤਮਾ ਪਰਮਾਤਮਾ ਤੋਂ ਜੁਦਾ ਹੋ ਇਹਨਾਂ ਤੱਤਾਂ ਵਿੱਚ ਆ ਕੈਦ ਹੋਈ ਤੇ ਸੰਸਾਰੀ ਪਰਿਵਰਤਨ ਦੇ ਹੀਰ ਬਦਲ ਵਿੱਚ ਉਲਝ ਕੇ ਰਹਿ ਗਈ। ਜੇ ਵੇਖਿਆ ਜਾਵੇ ਤਾਂ ਇਸ ਜਗਤ ਵਿੱਚ ਹਰ ਚੀਜ਼ ਪਰਿਵਰਤਨਸ਼ੀਲ ਹੈ। ਪਰਿਵਰਤਨ ਦਾ ਮਤਲਬ ਹੈ ਪੁਰਾਣੀ ਨੂੰ ਛੱਡ ਕੇ ਨਵੀਂ ਚੀਜ਼ ਵੱਲ ਵਧਣਾ, ਕਿਉਂਕਿ ਅਸੀਂ ਨਵੀਂ ਚੀਜ਼ ਨੂੰ ਮੰਨਣ ਵਾਸਤੇ ਪਿਛਲੀ ਨੂੰ ਛੱਡ ਅੱਗੇ ਤੁਰ ਪੈਂਦੇ ਹਾਂ। ਪਰ ਜੇ ਕਿਤੇ ਜੀਵਨ ਵਿੱਚ ਪਰਿਵਰਤਨ ਨਾ ਆਇਆ ਤੇ ਜੀਵਨ ਕੋਟ ਜਨਮ ਪਰ ਮੈਂ ਬਹੁ ਜੂਨਾਂ ਵਿੱਚ ਹੀ ਬਾਰ-ਬਾਰ ਇੱਧਰ ਹੀ ਪਰਤਦਾ ਰਿਹਾ, ਤਾਂ ਇਹਦੇ ਵਿੱਚ ਇੱਕ ਬਹੁਤ ਵੱਡਾ ਧੋਖਾ ਅਖੀਰ 'ਚ ਹੁੰਦਾ ਏ। ਤੇ ਜਾਣ ਲਈਏ ਕਿ ਉਹ ਧੋਖਾ ਕਿਸੇ ਹੋਰ ਨਾਲ ਨਹੀਂ, ਸਾਡੇ ਨਾਲ ਹੀ ਹੋਵੇਗਾ। ਇਹ ਬਾਹਰਮੁਖੀ ਪਰਿਵਰਤਨ ਸਾਡੇ ਲਈ ਸਿਰਫ ਹਾਨੀ ਦਾ ਸਬੱਬ ਹੀ ਬਣੇਗਾ। ਜੇ ਪਰਿਵਰਤਨ ਸਾਡੇ ਅੰਦਰੋਂ ਭਾਵ ਰੂਹਾਨੀਅਤ ਤਲ ਤੋਂ ਨਾ ਹੋਇਆ, ਤਾਂ ਅਸੀਂ ਆਪ ਦੇ ਮਾਲਕ ਤੋਂ ਸਦਾ ਬੇਮੁਖ ਰਹਾਂਗੇ, ਕਿਉਂਕਿ ਜੇ ਅਸੀਂ ਅੰਦਰ ਨੂੰ ਹੀ ਨਾ ਪਰਤੇ, ਜੇ ਅਸੀਂ ਮੂਲ ਬੁੱਝ ਕੇ ਘਰ ਵੱਲ ਨੂੰ ਹੀ ਨਾ ਮੁੜੇ, ਤਾਂ ਫਿਰ ਜੀਵਨ ਦਾ ਪਰਿਵਰਤਨ ਉਸ ਖਤਰਨਾਕ ਮੰਜ਼ਰ ਵੱਲ ਹੋ ਤੁਰੇਗਾ ਜਿਸ ਨੂੰ ਅਸੀਂ ਮੌਤ ਦੇ ਨਾਮ ਤੋਂ ਜਾਣਦੇ ਹਾਂ, ਭਾਵ ਕਿ ਰਾਖ 'ਚ ਮਿੱਟੀ 'ਚ ਮਿਲਣ ਵਾਲਾ ਪਰਿਵਰਤਨ ਹੋ ਜਾਵੇਗਾ। ਫਿਰ ਬੇਹੋਸ਼ੀ ਦੀ ਤਾਣੀ ਨੀਂਦ 'ਚੋਂ ਜਾਗ ਸਮਝ ਲਈਏ
ਕਿ ਆਖਰ ਬਹੁਤ ਵੱਡਾ ਨੁਕਸਾਨ ਕਰ ਬੈਠਾਂਗੇ ਜੇ ਪਰਿਵਰਤਨ ਦੀ ਦਿਸ਼ਾ ਦਸ਼ਾ ਸਹੀ ਨਾ ਹੋਈ। ਤੇ ਆਓ ਫਿਰ ਸਾਰੇ ਉਸ ਪਰਿਵਰਤਨ ਬਾਰੇ ਹੀਲਾ ਵਸੀਲਾ ਕਰਨ ਦੀ ਯੁਕਤ ਵਿਧੀ ਅਪਣਾਈਏ ਜੋ ਪਰਿਵਰਤਨ ਅਖੀਰ ਸਾਨੂੰ ਅਚਲ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੋਵੇ। ਇਸ ਪਰਿਵਰਤਨ ਲਈ ਜਿਉਂਦੇ ਜੀ ਪੂਰੀ ਯੁਕਤ ਦੁਆਰਾ ਅੱਖ ਬੰਦ ਕਰ ਅੰਦਰ ਜਾਣਾ ਪਵੇਗਾ। ਇਸ ਪਰਿਵਰਤਨ ਦੀ ਜ਼ਰੂਰਤ ਸਾਨੂੰ ਖੁਦ ਨੂੰ ਹੈ, ਕਿਉਂਕਿ ਪਰਿਵਰਤਨ ਇੱਕ ਨਿੱਜ ਦੀ ਘਟਨਾ ਹੈ ਜੋ ਸਵੈ ਤੇ ਘਟਦੀ ਹੈ। ਤਾਂ ਹੀ ਕਿਤੇ ਬੰਦਾ ਇਹਨਾਂ ਤੱਤਾਂ ਨੂੰ ਛੱਡ ਨਾਦ ਨਬਜ 'ਚ ਪਲਟੀ ਮਾਰ ਵਾਪਸੀ ਲਈ ਪਹਿਲਾ ਪਰਿਵਰਤਨ ਕਰ ਸਕੇਗਾ। ਫਿਰ ਇਸ ਤੋਂ ਅਗਲਾ ਪਰਿਵਰਤਨ ਉਦੋਂ ਹੋਵੇਗਾ ਜਦ ਨਾਦ ਤੋਂ ਅਗਾਂਹ ਵੱਧ ਅਨਹਦ ਤਲ ਦੀ ਪ੍ਰਾਪਤੀ ਹੋਵੇਗੀ, ਜਿੱਥੇ ਅਨਹਦ ਧੁਨ 'ਚ ਤਾਰੀ ਲੱਗੇਗੀ, ਜਿਸ ਬਾਰੇ ਭਗਤ ਕਬੀਰ ਜੀ ਫਰਮਾਨ ਕਰਦੇ ਨੇ, ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ। ਫਿਰ ਇਸ ਤੋਂ ਅੱਗੇ ਲਾਸਟ ਵਿੱਚ ਉਹ ਪਰਿਵਰਤਨ ਹੋਵੇਗਾ ਜਦ ਇਹ ਸਭ ਪਰਿਵਰਤਨਾਂ ਤੋਂ ਆਜ਼ਾਦ ਹੋ ਉਸ ਅਚਲ ਅਖੰਡ ਮਹਾ ਸੁੰਨ ਸਮਾਧ ਵਾਲੀ ਸਤਾ ਤੇ ਜਾ ਸਮਾਏਗਾ, ਜਿੱਥੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ ਵਾਲੀ ਅਵਸਥਾ ਪ੍ਰਾਪਤ ਕਰ ਆਪ ਦੇ ਪਿਤਾ ਨਾਲ ਇੱਕ ਹੋ ਜਾਵੇਗਾ। ਦੂਜੇ ਦੀ ਕੋਈ ਹੋਂਦ ਨਹੀਂ ਰਹਿ ਜਾਵੇਗੀ। ਫਿਰ ਅਖੀਰ ਆਓ ਅਸੀਂ ਵੀ ਹੰਬਲਾ ਮਾਰ ਯਤਨਸ਼ੀਲ ਹੋਈਏ ਤੇ ਉਧਰ ਨੂੰ ਪਰਤੀਏ, ਉਧਰ ਨੂੰ ਮੁੜੀਏ ਕਿ ਹੋਵੇ ਨਾ ਰਾਖ ਬਣਨ ਤੋਂ ਪਹਿਲਾਂ ਮਿੱਟੀ ਬਣਨ ਤੋਂ ਪਹਿਲਾਂ ਆਪ ਦੇ ਜੀਵਨ ਵਿੱਚ ਉਹ ਪਰਿਵਰਤਨ ਲਿਆਈਏ ਜਿਸ ਬਾਰੇ ਪਹਿਲੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਨਾਨਕ ਖੋਜ ਲਹੋ ਘਰ ਆਪਣਾ, ਜੋ ਸਾਡੀ ਵਾਪਸੀ ਸਾਡੇ ਨਿੱਜ ਘਰ ਕਰਵਾ ਸਾਨੂੰ ਆਪ ਦੇ ਪਿਤਾ ਕੋਲ ਵਾਪਸ ਪਰਤਾ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।